ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗੋ ਜੁਗ ਟਲ ਸਬਦਾ ਅਵਤਾਰ ਸ਼ਾਂਤੀ ਦੇ ਪੁੰਜ ਅੰਮ੍ਰਿਤ ਦੇ ਸੋਮੇ ਗਿਆਨ ਦੇ ਮਹਾਨ ਸਾਗਰ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿਖੇ ਜੋੜੀ ਸਰਬੱਤ ਸੰਗਤ ਮਾਈ ਭਾਈ। ਆਓ ਸਾਰੇ ਰਲ ਮਿਲ ਕੇ ਰੋਜ਼ਾਨਾ ਦੀ ਤਰ੍ਹਾਂ ਗੁਰਬਾਣੀ ਦੀ ਅੰਮ੍ਰਿਤ ਵਿਚਾਰ ਸਾਂਝੀ ਕਰਨ ਦੀ ਕੋਸ਼ਿਸ਼ ਕਰੀਏ। ਗੁਰਬਾਣੀ ਦੀ ਪਾਕ ਪਵਿੱਤਰ ਵਿਚਾਰ ਸਰਵਣ ਕਰਨ ਤੋਂ ਪਹਿਲਾਂ ਆਓ ਸਾਰੇ ਇੱਕ ਵਾਰੀ ਇਕਾਗਰ ਚਿੱਤ ਹੋ ਕੇ ਆਖੀਏ ਸਤਿਨਾਮ ਸ੍ਰੀ ਵਾਹਿਗੁਰੂ। ਵਿਚਾਰ ਲਈ ਬਾਣੀ ਦਾ ਮੂਲ ਪਾਠ ਇਸ ਪ੍ਰਕਾਰ ਹੈ। ਵਾਹਿਗੁਰੂ ਜੀ ਬਿਲਾਵਲ ਕੀ ਵਾਰ ਮਹੱਲਾ ਚੌਥਾ। ਬਿਲਾਵਲ ਕੀ ਵਾਰ ਮਹੱਲਾ ਚੌਥਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸ਼ਲੋਕ ਮਹੱਲਾ ਚੌਥਾ। ਹਰ ਉਤਮ ਹਰ ਪ੍ਰਭ ਗਾਵਿਆ ਕਰ ਨਾਦ ਬਿਲਾਵਲ ਰਾਗ। ਉਪਦੇਸ਼ ਗੁਰੂ ਸੁਣ ਮੰਨਿਆ ਤੁਰ ਮਸਤਕ ਪੂਰਾ ਭਾਗ। ਹਰ ਉਤਮ ਹਰ ਪ੍ਰਭ ਗਾਵਿਆ ਕਰ ਨਾਦ ਬਿਲਾਵਲ ਰਾਗ। ਉਪਦੇਸ਼ ਗੁਰੂ ਸੁਣ ਮੰਨਿਆ ਤੁਰ ਮਸਤਕ ਪੂਰਾ ਭਾਗ। ਸਭ ਦਿਨ ਸੁਰੈਣ ਕੌਣ ਉਚਰੈ ਹਰ 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 ਉਰ ਲਿਵ ਲਾਗ। ਸਭ ਤਨ ਮਨ ਹਰਿਆ ਹੋਇਆ ਮਨ ਖਿੜਿਆ ਹਰਿਆ ਬਾਗ। ਅਗਿਆਨ ਅੰਧੇਰਾ ਮਿਟ ਗਿਆ ਗੁਰ ਚਾਨਣ ਗਿਆਨ ਚਰਾਗ। ਜਨ ਨਾਨਕ ਜੀਵੈ ਦੇਖ ਹਰ ਇਕ ਨਿਮਖ ਕੜੀ ਮੁਖ ਲਾਗ। ਮਹੱਲਾ ਤੀਜਾ। ਬਿਲਾਵਲ ਤਬ ਹੀ ਕੀਜੀਐ ਜਬ ਮੁਖ ਹੋਵੇ ਨਾਮ। ਰਾਗ ਨਾਦ ਸ਼ਬਦ ਸੋਹਣੇ ਜਾ ਲਾਗੈ ਸਹਿਜ ਧਿਆਨ। ਰਾਗ ਨਾਦ ਛੋੜ ਹਰ ਸਿਵੀਐ ਤਾਂ ਦਰਗਹਿ ਪਾਈਐ ਮਾਨ। ਨਾਨਕ ਗੁਰਮੁਖ ਬ੍ਰਹਮ ਵਿਚਾਰੀਐ ਚੁਕੈ ਮਨ ਅਭਿਮਾਨ। ਪੌੜੀ ਤੂੰ ਹਰ ਪ੍ਰਭ ਆਪ ਅਗਮ ਹੈ ਸਭ ਤੁਧ ਉਪਾਇਆ। ਤੂੰ ਆਪੇ ਆਪ ਵਰਤਦਾ
सब जगत सभाया, तुद आपे ताड़ी लाइए, आपे गुण गाया। हर त्यागो भगत हो दिन सरात, अंत लय छडाया। जिन सेविया तिन सुख पाया, हरे नाम समाया। वाहिगुरु जी का खालसा, वाहिगुरु जी की फतेह। परम सन्मानयोग सतगुरु जी के पावन पवित्र चरण कमलों विखे विराजमान, सुशोभित सुभाईमान सत्कारयोग सर्वत संत माई भाई। ये पावन पवित्र बाणी जो हुणे ही पढ़ी गई है, ते आप सारिਆਂ ने बहुत ही ध्यान नाल एकाग्रचित हो के इस बाणी को श्रवण किया है, सुनिया है। आप सारिया संगतां दा बहुत बहुत धन्यवाद है। बिलावल की वार महला चौथा। एक ओंकार सतगुरु प्रसाद। इस लेख हेठ ये बिलावल राग की वार है, श्री गुरु रामदास जी महाराज जी ने उच्चारण की हुई वार। वार की हुंदी है? जिमें असी बाकी बाणी पढ़ रहे हैं, इस सारी बाणी का संबंध ਸਾਹਿਤ ਦੇ ਨਾਲ है। ਸਾਹਿਤ ਦੇ ਨਾਲ ਤੇ ਸਾਹਿਤ ਦੇ ਵਿੱਚ ਕਾਵਿਆ ਦੀ ਇੱਕ ਵੰਨਗੀ ਹੈ ਵਾਰ। ਇਹ ਜਿਹੜੀ ਵਾਰ परंपरा है अपने देश विच बहुत पुरानी है, बहुत पुरानी। जदों गुरबाणी की उचारणा भी नहीं सी हुई, उदों भी वार जिहड़ी है परंपरा उदों भी सी। इस गल की पुष्टि सानू गुरबाणी विचों ही मिलती है। जदों असीं गुरबाणी दे विच आईयां होईयां गुरु साहिबान जी वल्लों उचारण कीतियां होईयां वारां दा पाठ ध्यान नाल करदे हां, ਤਾਂ ਸਾਨੂੰ ਪਤਾ ਲੱਗਦਾ ਹੈ ਕਿ ਗੁਰੂ ਜੀ ਨੇ 9 ਵਾਰਾਂ ਜਿਹੜੀਆਂ ਹਨ 22 ਵਾਰਾਂ ਦੇ ਵਿੱਚੋਂ ਉਹਨਾਂ ਦੇ ਉੱਪਰ ਪੁਰਾਣੀਆਂ ਜਿਹੜੀਆਂ ਆਪਣੇ ਪੰਜਾਬ ਦੇ ਵਿੱਚ ਵਾਰਾਂ ਗਾਈਆਂ ਜਾਂਦੀਆਂ ਸੀ, ਲੋਕਲ ਵਾਰਾਂ ਤੇ ਲੋਕ ਵਾਰਾਂ, ਉਹਨਾਂ ਦੀਆਂ ਧੁਨੀਆਂ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਉੱਪਰ ਲਿਖੀਆਂ ਹੋਈਆਂ। इस तो यह पता लगता है कि पंजाब दे विच वारां गाउण दा सिलसिला पहलों भी सी। उन्हां दा विसा कुछ होर हुंदा सी ते उन्हां दे पात्र कुछ होर तरह दे हुंदे सी। पर सतगुरु जी ने जिहड़ियां वारां उचारण कीतियां हन, एक गुरमुख अते मनमुख दा बिरतांत है, प्रभु जी दे सिमरन दा बिरतांत है, एक गुरमुखां दा बिरतांत है।
ਗੁਰਮੁਖੀ ਜੀਵਨ ਦਾ ਵਰਤਾਨ। ਇਹ ਇਹਨਾਂ ਦੇ ਵਿੱਚ ਉਹਨਾਂ ਵਾਰਾਂ ਦੇ ਨਾਲੋਂ ਵਿਲੱਖਣਤਾ ਹੈ। ਜਿਵੇਂ ਅਸੀਂ ਪੜ੍ਹਦੇ ਹਾਂ ਨਾ ਅਸਾਂ ਦੀ ਵਾਰ, ਉੱਪਰ ਲਿਖਿਆ ਹੈ ਵਾਰ ਸਲੋਕਾਂ ਨਾਲ, ਸਲੋਕ ਵੀ ਮਹੱਲੇ ਪਹਿਲੇ ਕੇ ਲਿਖੇ, ਟੁੰਡੇ ਅਸਰਾਜੇ ਕੀ ਧੁਨੀ। ਕਹਿੰਦੇ ਇਹ ਜਿਹੜੀ ਵਾਰ ਹੈ ਨਾ, ਇਹ ਵਾਰ ਸਲੋਕਾਂ ਨਾਲ ਲਿਖੀ ਹੋਈ ਹੈ। ਇਸ ਵਾਰ ਨਾਲ ਸਲੋਕ ਵੀ ਲਾਏ ਹੋਏ ਹਨ ਨਾਲ, ਤੇ ਸਲੋਕ ਵੀ ਮਹੱਲੇ ਪਹਿਲੇ ਕੇ ਲਾਏ ਹੋਏ ਹਨ। ਪਰ ਜਿਹੜੀ ਤਰਜ ਹੈ ਉਹ ਹੈ ਟੁੰਡੇ ਅਸਰਾਜੇ ਕੀ ਧੁਨੀ। ਉਦੋਂ ਇੱਕ ਅਸਰਾਜ ਬਾਂਹ ਤੋਂ ਟੁੰਡਾ ਹੁੰਦਾ ਸੀ, ਇੱਕ ਹੱਥ ਉਹਦਾ ਵੱਢਿਆ ਹੋਇਆ ਹੁੰਦਾ ਸੀ, ਵੱਢਿਆ ਹੋਇਆ ਸੀ, ਇਸ ਕਰਕੇ ਉਹਨੂੰ ਟੁੰਡਾ ਅਸਰਾਜਾ ਕਹਿੰਦੇ ਸੀ। ਉਸ ਦੀ ਜੰਗ ਹੋਈ ਸੀ ਕਿਸੇ ਨਾਲ, ਤੇ ਉਸ ਜੰਗ ਦਾ ਵਰਤਾਰਾ, ਉਸ ਜੰਗ ਦਾ ਵਰਤਾਂਤ ਉਸ ਵਾਰ ਵਿੱਚ ਸੀ। ਜਿਹੜੇ ਪੰਜਾਬੀ ਆਪਣਾ ਵਾਰਾਂ ਗਾਉਣ ਵਾਲੇ ਢਾਡੀ ਸਨ, ਉਹਨਾਂ ਨੇ ਉਹ ਵਾਰਾਂ ਗਾਇਨ ਕੀਤੀਆਂ ਸੀ। ਉਹ ਬੜੀਆਂ ਪੰਜਾਬ ਦੇ ਵਿੱਚ ਪ੍ਰਚਲਿਤ ਹੋਈਆਂ, ਜਿਹੜੀਆਂ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਉਹਨਾਂ ਦੀ ਜਿਹੜੀ ਤਰਜ ਹੈ ਅੰਕਿਤ ਕੀਤੀ ਗਈ ਹੈ। ਟੁੰਡਾ ਅਸਰਾਜੇ ਕੀ ਵਾਰ ਕੀ ਧੁਨੀ, ਫਸਨੇ ਮਹਿਮੇ ਕੀ, ਮੂਸੇ ਕੀ ਵਾਰ। ਇਸ ਢੰਗ ਦੇ ਨਾਲ ਕਈ ਵਾਰਾਂ ਦੇ ਉੱਪਰ, ਘੱਟੋ ਘੱਟ 9 ਵਾਰਾਂ ਦੇ ਉੱਪਰ ਸਤਿਗੁਰੂ ਜੀ ਨੇ ਤਰਜਾਂ ਲਿਖੀਆਂ ਹੋਈਆਂ ਹਨ, ਧੁਨੀਆਂ ਲਿਖੀਆਂ ਹੋਈਆਂ ਹਨ ਕਿ ਇਹਨਾਂ ਵਾਰਾਂ ਨੂੰ ਫਲਾਣੇ ਰਾਗ ਦੇ ਵਿੱਚ ਤੇ ਫਲਾਣੇ ਵਾਰ ਦੀ ਤਰਜ ਤੇ ਗਾਇਨ ਕੀਤਾ ਜਾਵੇ। ਪਰ ਇਹ ਹੈ ਬਿਲਾਵਲ ਕੀ ਵਾਰ ਮਹੱਲਾ ਚੌਥਾ। ਇਸ ਦੇ ਉੱਪਰ ਇਹੋ ਜਿਹਾ ਕੋਈ ਸੰਕੇਤ ਨਹੀਂ ਲਿਖਿਆ ਹੋਇਆ ਕਿ ਇਸ ਨੂੰ ਫਲਾਣੀ ਵਾਰ ਦੀ ਤਰਜ ਤੇ ਗਾਉਣਾ। ਫਿਰ ਇਹਨੂੰ ਗਾਉਣਾ ਕਿਵੇਂ ਹੈ? ਬਿਲਾਵਲ ਰਾਗ ਦੇ ਵਿੱਚ, ਬਿਲਾਵਲ ਰਾਗ ਦੇ ਵਿੱਚ ਜਿਹੜੀਆਂ ਸਰਗਮਾਂ ਲੱਗਦੀਆਂ ਹਨ, ਜਿਹੜੀਆਂ ਸੁਰਾਂ ਲੱਗਦੀਆਂ ਹਨ, ਉਹਨਾਂ ਸੁਰਾਂ ਨੂੰ ਲਾ ਕੇ ਇਸ ਵਾਰ ਨੂੰ ਗਾਉਣਾ ਹੈ। ਪਰ ਘੱਟ ਹੀ ਲੋਕ ਹਨ ਜਿਹੜੇ ਇਹਨਾਂ ਵਾਰਾਂ ਦਾ ਗਾਇਨ ਕਰਦੇ ਹਨ। ਆਮ ਤੌਰ ਤੇ ਆਸਾ ਦੀ ਵਾਰ ਦਾ ਗਾਇਨ ਤਾਂ ਸਾਰੇ ਗੁਰਦੁਆਰਿਆਂ ਵਿੱਚ ਹੁੰਦਾ ਹੈ, ਪਰ ਜਿਹੜੀਆਂ ਇਹ ਬਾਕੀ ਦੀਆਂ 22 ਵਾਰਾਂ ਹਨ, ਇਹਨਾਂ ਦਾ ਗਾਇਨ, ਇਹਨਾਂ ਦਾ ਕੀਰਤਨ ਬਹੁਤ ਹੁੰਦਾ ਹੀ ਨਹੀਂ ਹੈ। ਪਰ ਕਰਨਾ ਚਾਹੀਦਾ ਹੈ। ਜਦੋਂ ਵੀ ਇਹਨਾਂ ਦਾ ਸਮਾਂ ਬਣਦਾ ਹੈ, ਉਦੋਂ ਇਹਨਾਂ ਨੂੰ ਗਾਉਣਾ ਚਾਹੀਦਾ। ਤੇ ਇਹ ਜਿਹੜੀ ਵਾਰ ਆਪਾਂ ਨੇ ਪ੍ਰਾਰੰਭ ਕੀਤੀ ਹੈ ਪੜ੍ਹਨੀ, ਇਸ ਦੇ ਉੱਪਰ ਸਾਰਿਆਂ ਤੋਂ ਪਹਿਲਾਂ ਲਿਖਿਆ ਹੋਇਆ ਹੈ ਬਿਲਾਵਲ ਕੀ ਵਾਰ ਮਹੱਲਾ ਚੌਥਾ, ਇੱਕ ਓੰਕਾਰ ਸਤਿਗੁਰ ਪ੍ਰਸਾਦਿ। ਸਾਰਿਆਂ ਤੋਂ ਪਹਿਲਾਂ ਸਤਿਗੁਰੂ ਜੀ ਨੇ ਸਾਨੂੰ ਦੱਸਿਆ, ਕਹਿੰਦੇ ਭਾਈ ਰੱਬ ਇੱਕ ਹੈ, ਪਰਮਾਤਮਾ ਇੱਕ ਹੈ, ਉਹ ਹਮੇਸ਼ਾ ਹੀ ਸੱਚ ਹੈ ਤੇ ਹਮੇਸ਼ਾ ਹੀ ਪੂਰਾ ਹੈ। ਮਿਲਦਾ ਹੈ ਗੁਰੂ ਦੀ ਕਿਰਪਾ ਦੇ ਨਾਲ, ਗੁਰੂ ਦੇ ਪ੍ਰਸਾਦ। ਫਿਰ ਅੱਗੇ ਲਿਖਿਆ ਹੈ ਸ਼ਲੋਕ ਮਹੱਲਾ ਚੌਥਾ। ਇਹ ਵਾਰ ਜਿਹੜੀ ਹੈ, ਇਹ ਵਾਰ ਵੀ ਮਹੱਲੇ ਚੌਥੇ ਦੀ ਹੈ, ਤੇ ਜਿਹੜਾ ਨਾਲ ਸ਼ਲੋਕ ਲਾਇਆ ਹੋਇਆ ਹੈ ਉਹ ਵੀ ਮਹੱਲੇ ਚੌਥੇ ਦਾ ਹੈ, ਤੇ ਅਗਲਾ ਜਿਹੜਾ ਸ਼ਲੋਕ ਆਏਗਾ ਉਹ ਹੈ ਮਹੱਲੇ ਤੀਜੇ ਦਾ, ਤੇ ਜਿਹੜੀ ਪੌੜੀ ਹੈ ਉਹ ਵੀ ਮਹੱਲੇ ਚੌਥੇ ਦੀ ਹੈ।
ਜਦੋਂ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੂੰ ਸੰਪਾਦਿਤ ਕੀਤਾ ਨਾ, ਐਡੀਟਿੰਗ ਕੀਤੀ, ਉਦੋਂ ਇਹ ਸਾਰੀ ਜਿਹੜੀਆਂ ਵਾਰਾਂ ਹਨ ਇਹਨਾਂ ਦੇ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਆਪ ਜਿੱਥੇ ਜਿੱਥੇ ਜਿਹੜੇ ਜਿਹੜੇ ਸ਼ਲੋਕ ਐਡਜਸਟ ਹੁੰਦੇ ਸੀ, ਫਿੱਟ ਬੈਠਦੇ ਸੀ, ਢੁਕਵੀਂ ਥਾਂ ਬਣਦੀ ਸੀ, ਉੱਥੇ ਉੱਥੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਸ਼ਲੋਕਾਂ ਨੂੰ ਫਿੱਟ ਕੀਤਾ, ਐਡਜਸਟ ਕੀਤਾ, ਉਹਨਾਂ ਨੂੰ ਢੁਕਵੀਂ ਥਾਂ ਦੇ ਕੇ ਨਵਾਜਿਆ, ਸਤਿਕਾਰਿਆ ਤੇ ਸਤਿਸਾਨ ਦਿੱਤਾ। ਉਂਝ ਜਿਹੜੀ ਵਾਰ ਹੁੰਦੀ ਹੈ ਉਹ ਵਾਰ ਕੇਵਲ ਤੇ ਕੇਵਲ ਪੌੜੀ ਵਿੱਚ ਰਚਨਾ ਕੀਤੀ ਹੋਈ ਹੁੰਦੀ ਹੈ। ਪੌੜੀ ਵਿੱਚ, ਪੌੜੀ ਇੱਕ ਛੰਦ ਦਾ ਨਾਮ ਹੈ ਤੇ ਪੰਜਾਬੀ ਕਾਵਿਆਂ ਦੀ ਇੱਕ ਵੰਨਗੀ ਹੈ ਤੇ ਪੌੜੀ ਦੇ ਵਿੱਚ ਹੁੰਦਾ ਹੈ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਪੌੜੀ ਦੀ ਵਿਆਖਿਆ ਨੂੰ ਸਪਸ਼ਟ ਕਰਨ ਵਾਸਤੇ, ਇਸ ਦੇ ਰਹੱਸ ਨੂੰ ਸਮਝਾਉਣ ਵਾਸਤੇ ਨਾਲ ਨਾਲ ਸ਼ਲੋਕ ਵੀ ਲਿਖ ਦਿੱਤੇ ਹਨ। ਇੱਕ ਮਹੱਲੇ ਚੌਥੇ ਦਾ ਸ਼ਲੋਕ ਲਿਖਿਆ ਹੈ ਤੇ ਇੱਕ ਸ਼ਲੋਕ ਲਿਖਿਆ ਹੈ ਆਪਣਾ ਗੁਰੂ ਅਮਰਦਾਸ ਜੀ ਮਹਾਰਾਜ ਜੀ ਦਾ, ਤੀਸਰੇ ਪਾਤਸ਼ਾਹ ਜੀ ਦਾ। ਤੇ ਜਿਹੜੀ ਪੌੜੀ ਹੈ ਉਹ ਗੁਰੂ ਰਾਮਦਾਸ ਜੀ ਮਹਾਰਾਜ ਦੀ ਹੈ ਤੇ ਇਹਨਾਂ ਸ਼ਲੋਕਾਂ ਵਿੱਚ, ਇਸ ਪੌੜੀ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਭਾਵੇਂ ਗੁਰੂ ਰਾਮਦਾਸ ਜੀ ਹਨ ਤੇ ਭਾਵੇਂ ਗੁਰੂ ਅਮਰਦਾਸ ਜੀ ਮਹਾਰਾਜ ਹਨ, ਸਾਨੂੰ ਕੀ ਉਪਦੇਸ਼ ਦੇ ਰਹੇ ਹਨ। ਆਓ ਪਿਆਰ ਅਤੇ ਸਤਿਕਾਰ ਦੇ ਨਾਲ ਇਸ ਬਾਣੀ ਨੂੰ ਅੱਜ ਧਿਆਨ ਨਾਲ ਵਿਚਾਰੀਏ। ਫਰਮਾਨ ਹੈ, ਹਰ ਉੱਤਮ ਹਰ ਪ੍ਰਭ ਗਾਵਿਆ, ਕਰ ਨਾਦ ਬਿਲਾਵਲ ਰਾਗ। ਬਿਲਾਵਲ ਰਾਗ ਦੇ ਵਿੱਚ ਨਾਦ ਕਰਕੇ ਨਾ, ਨਾਦ ਕਹਿੰਦੇ ਆਵਾਜ਼ ਕੱਢਣੀ, ਅਲਾਪਣਾ। ਹੁਣ ਤਾਂ ਜਿਹੜੇ ਰਾਗੀ ਹਨ ਉਹ ਅਲਾਪ ਨਹੀਂ ਨਾ ਕਰਦੇ, ਬਸ ਸਿੱਧਾ ਗਾਣਾ ਸ਼ੁਰੂ ਕਰ ਦਿੰਦੇ, ਅਲਾਪ ਦੇ ਨਹੀਂ। ਮੈਂ ਬਿਲਾਵਲ ਰਾਗ ਦੇ ਵਿੱਚ ਅਲਾਪਣਾ ਸ਼ੁਰੂ ਕੀਤਾ ਤੇ ਅਲਾਪ ਦੇ ਵਿੱਚ ਕੀ ਗਾਇਆ, ਹਰ ਉੱਤਮ ਹਰ ਪ੍ਰਭ ਗਾਵਿਆ। ਜਿਹੜਾ ਹਰੀ ਸਭ ਤੋਂ ਉੱਤਮ ਹੈ, ਪਰਮਾਤਮਾ ਜਿਹੜਾ ਸਭ ਤੋਂ ਉੱਤਮ ਹੈ, ਉਹ ਮੈਂ ਉਹ ਰਾਗ ਦੇ ਵਿੱਚ, ਰਾਗ ਤਾਂ ਚੱਲ ਹੀ ਰਿਹਾ ਸੀ ਤੇ ਉਸ ਦੇ ਵਿੱਚ ਜਿਹੜਾ ਮੈਂ ਬੋਲ ਬੋਲੇ ਹਨ, ਸ਼ਬਦ ਬੋਲੇ ਹਨ, ਉਹ ਪਰਮਾਤਮਾ ਦੇ ਗਾਇਨ ਦੇ ਹਨ, ਪਰਮਾਤਮਾ ਦੇ ਗੁਣਾਂ ਦੇ ਗਾਇਨ ਦੇ ਹਨ। ਇਸ ਕਰਕੇ ਰਾਗ ਮਿਲ ਕੇ ਤੇ ਸ਼ਬਦ ਮਿਲ ਕੇ ਕੀਰਤਨ ਬਣ ਗਿਆ, ਕੀਰਤਨ ਬਣ ਗਿਆ। ਜੇ ਮੈਂ ਰਾਗ ਹੀ ਕੱਢੀ ਜਾਂਦਾ, ਹਾਰਮੋਨੀਅਮ ਦੇ ਵਿੱਚ ਮੈਂ ਟਿਊਨ ਕੱਢੀ ਜਾਂਦਾ ਬਿਲਾਵਲ ਰਾਗ ਦੀ, ਸਾਰਿਆਂ ਨੂੰ ਪਤਾ ਲੱਗਦਾ ਬਿਲਾਵਲ ਰਾਗ ਗਾਇਆ ਜਾ ਰਿਹਾ ਹੈ, ਧੁਨੀ ਦੇ ਵਿੱਚ ਗਾਇਆ ਨਹੀਂ ਵਜਾਇਆ ਜਾ ਰਿਹਾ ਹੈ, ਪਰ ਗਾਈਏ ਨਾ। ਫਿਰ ਇਸ ਨੂੰ ਕੀਰਤਨ ਥੋੜਾ ਕਿਹਾ ਜਾਏਗਾ। ਜੇ ਅਸੀਂ ਹਾਰਮੋਨੀਅਮ ਦੇ ਨਾਲ ਤਰਜਾਂ ਹੀ ਕੱਢੀ ਜਾਈਏ, ਤਰਜਾਂ ਹੀ ਕੱਢੀ ਜਾਈਏ, ਬਿਲਾਵਲ ਰਾਗ ਦੀਆਂ ਤਰਜਾਂ ਹੀ ਕੱਢੀ ਜਾਈਏ, ਇਹ ਕੋਈ ਕੀਰਤਨ ਥੋੜਾ ਹੈ। ਬਈ ਕੀਰਤਨ ਤਾਂ ਬਣਦਾ ਹੈ ਜਦੋਂ ਉਸ ਰਾਗ ਦੇ ਵਿੱਚ ਗੁਰਬਾਣੀ ਪੜ੍ਹੀ ਜਾਵੇ, ਨਾਲ ਗੁਰਬਾਣੀ ਦਾ ਗਾਇਨ ਕੀਤਾ ਜਾਵੇ, ਕਿਉਂਕਿ ਗੁਰਬਾਣੀ ਦੇ ਵਿੱਚ ਪਰਮਾਤਮਾ ਦੇ ਗੁਣ ਹਨ। ਨਾਲੇ ਰਾਗ ਗਾਇਆ ਜਾ ਰਿਹਾ ਹੈ, ਅਲਾਪਿਆ ਜਾ ਰਿਹਾ ਹੈ, ਸੰਗੀਤ ਉਤਪੰਨ ਹੋ ਰਿਹਾ ਹੈ ਤੇ ਨਾਲੇ ਪਰਮਾਤਮਾ ਦੇ ਨਾਮ ਦਾ, ਪਰਮਾਤਮਾ ਦੇ ਗੁਣਾਂ ਦਾ ਗਾਇਨ ਵੀ ਹੋ ਰਿਹਾ। ਦੋਵੇਂ ਮਿਲ ਗਈਆਂ, ਰਾਗ ਵੀ ਮਿਲ ਗਿਆ, ਨਾਦ ਵੀ ਮਿਲ ਗਿਆ ਤੇ ਕੀਰਤੀ ਵੀ ਮਿਲ ਗਈ ਤੇ ਕੀਰਤਨ ਬਣ ਗਿਆ। ਕੀਰਤਨ ਦੇ ਵਿੱਚ ਕੀ ਸੀ? ਉਪਦੇਸ਼ ਗੁਰੂ, ਗੁਰੂ ਦਾ ਉਪਦੇਸ਼।
ਕੀਰਤਨ ਦੇ ਵਿੱਚ ਗਾਇਨ ਹੋ ਰਹੀ ਸੀ ਗੁਰਬਾਣੀ। ਗੁਰਬਾਣੀ ਦੇ ਵਿੱਚ ਸੀ ਗੁਰੂ ਦਾ ਉਪਦੇਸ਼। ਭਾਵੇਂ ਅਸੀਂ ਆਸਾ ਦੀ ਵਾਰ ਦਾ ਕੀਰਤਨ ਕਰ ਰਹੇ ਹਾਂ, ਭਾਵੇਂ ਅਸੀਂ ਹੋਰ ਕੋਈ ਸ਼ਬਦ ਦਾ ਕੀਰਤਨ ਕਰ ਰਹੇ ਹਾਂ, ਜਾਂ ਕਿਸੇ ਵੀ ਸ਼ਬਦ ਦਾ ਅਸੀਂ ਕੀਰਤਨ ਕਰ ਰਹੇ ਹਾਂ, ਉਸ ਸ਼ਬਦ ਦੇ ਵਿੱਚ ਗੁਰੂ ਦਾ ਉਪਦੇਸ਼ ਹੁੰਦਾ। ਉਸ ਉਪਦੇਸ਼ ਨੂੰ ਨਾਲੇ ਤਾਂ ਮੈਂ ਬਿਲਾਵਰ ਰਾਗ ਦੇ ਵਿੱਚ ਰਾਗ ਕੱਢਿਆ ਤੇ ਨਾਲੇ ਪ੍ਰਭੂ ਜੀ ਦੇ ਉੱਤਮ ਗੁਣਾਂ ਦਾ ਗਾਇਨ ਕੀਤਾ ਤੇ ਨਾਲੇ ਗੁਰੂ ਜੀ ਦੇ ਉਪਦੇਸ਼ ਨੂੰ ਬਾਣੀ ਦੇ ਵਿੱਚੋਂ ਹੀ ਸੁਣਿਆ ਤੇ ਸੁਣ ਕੇ ਮੈਂ ਮੰਨਿਆ, ਬਸ ਕਲਿਆਣ ਹੋ ਗਿਆ। ਇਹ ਮੇਰੇ ਚੰਗੇ ਭਾਗ ਸੀ ਪਰਮਾਤਮਾ ਨੇ ਲਿਖੇ ਹੋਏ। ਇੱਕ ਤਾਂ ਮੈਂ ਰਾਗ ਬਿਲਾਵਲ ਦਾ ਧੁਨ ਪ੍ਰਗਟ ਕੀਤੀ ਆਪਣੇ ਅੰਦਰੋਂ, ਤੇ ਗਲੇ ਦੇ ਵਿੱਚੋਂ ਪ੍ਰਮਾਤਮਾ ਦੇ ਗੁਣਾਂ ਦਾ ਗਾਇਨ ਕੀਤਾ। ਗਾਇਨ ਦੇ ਵਿੱਚ ਗੁਰਬਾਣੀ ਪੜ੍ਹੀ, ਗੁਰਬਾਣੀ ਦੇ ਵਿੱਚ ਗੁਰੂ ਦਾ ਉਪਦੇਸ਼ ਸੀ, ਗੁਰੂ ਦੇ ਉਪਦੇਸ਼ ਨੂੰ ਮੈਂ ਸੁਣਿਆ, ਗੁਰੂ ਦੇ ਉਪਦੇਸ਼ ਨੂੰ ਸੁਣ ਕੇ ਮੈਂ ਮੰਨ ਲਿਆ, ਐਨੇ ਵਿੱਚ ਹੀ ਮੇਰਾ ਕਲਿਆਣ ਹੋ ਗਿਆ। ਗਾਇਆ, ਸੁਣਿਆ ਤੇ ਮੰਨਿਆ। ਗਾਇਆ, ਸੁਣਿਆ ਤੇ ਮੰਨਿਆ। ਸਮਝ ਲਓ ਕਿ ਮੇਰੇ ਚੰਗੇ ਭਾਗ ਹਨ। ਧੁਰ ਮਸਤਕ ਪੂਰਾ ਭਾਗ, ਧੁਰ ਤੋਂ ਮੇਰੇ ਜਿਹੜੇ ਭਾਗ ਹਨ ਚੰਗੇ ਹਨ, ਪੂਰੇ ਹਨ। ਹੁਣ ਕਿਵੇਂ ਹੈ? ਸਭ ਦਿਨ ਸਰਾਇਣ ਗੁਣ ਉਚਰੈ। ਹੁਣ ਜਿਹੜੀ ਰਸਨਾ ਹੈ ਨਾ ਜੀਭ, ਦਿਨ ਰਾਤ ਪ੍ਰਮਾਤਮਾ ਦੇ ਗੁਣ ਉਚਾਰਨ ਕਰਦੀ ਹੈ, ਦਿਨ ਰਾਤ ਪ੍ਰਮਾਤਮਾ ਦੇ ਗੁਣ ਉਚਾਰ ਰਹੀ, ਦਿਨ ਰਾਤ। ਦਿਨ ਰਾਤ ਤੋਂ ਭਾਵ ਹੁੰਦਾ ਹੈ 24 ਘੰਟੇ, 2.5 ਘੰਟੇ ਨਹੀਂ, 24 ਘੰਟੇ ਦਿਨ ਰਾਤ। ਹੁਣ ਰਸਨਾ ਜਿਹੜੀ ਹੈ ਪ੍ਰਮਾਤਮਾ ਦੇ ਗੁਣਾਂ ਦਾ ਉਚਾਰਨ ਕਰ ਰਹੀ ਹੈ ਤੇ ਹਿਰਦੇ ਦੇ ਵਿੱਚ, ਉਰਦੇ ਵਿੱਚ ਪ੍ਰਮਾਤਮਾ ਦੇ ਚਰਨਾਂ ਦੇ ਵਿੱਚ ਲੀਨ ਲੱਗੀ ਹੋਈ ਹੈ। ਧਿਆਨ ਜਿਹੜਾ ਹੈ ਨਾ ਪ੍ਰਮਾਤਮਾ ਦੇ ਚਰਨਾਂ ਦੇ ਵਿੱਚ, ਪ੍ਰਮਾਤਮਾ ਦੇ ਲੀਨ ਲੱਗੇ ਵਿੱਚ ਲੱਗਿਆ ਹੋਇਆ ਹੈ, ਲੀਨ ਲੱਗੀ। ਹਰ ਸਮੇਂ ਧਿਆਨ ਜਿਹੜਾ ਹੈ ਉੱਥੇ ਹੀ ਫਿਕਸ ਹੈ। ਰਸਨਾ ਦੇ ਨਾਲ ਗੁਣਾਂ ਦਾ ਉਚਾਰਨ ਹੋ ਰਿਹਾ। ਫਿਰ ਇਹਦਾ ਕੀ ਫਾਇਦਾ ਹੋਇਆ? ਪੁੱਛਣ ਵਾਲੇ ਨੇ ਪੁੱਛਿਆ ਤੇ ਦੱਸਿਆ, ਸਭ ਤਨ ਮਨ ਹਰਿਆ ਹੋਇਆ। ਮੇਰਾ ਸਾਰਾ ਤਨ ਮਨ ਐਨ ਹਰਿਆ ਹੋ, ਹਰਿਆ, ਹਰਾ ਭਰਾ, ਐਨ ਹਰਾ ਭਰਾ ਹੋ ਗਿਆ। ਜਿਹਨੂੰ ਅਸੀਂ ਰੋਜ਼ ਪੜ੍ਹਦੇ ਹਾਂ, ਤਨ ਮਨ ਥੀਵੈ ਹਰਿਆ। ਤਨ ਵੀ ਹਰਿਆ ਹੋ ਗਿਆ, ਮਨ ਵੀ ਹਰਾ ਹੋ ਗਿਆ, ਪ੍ਰਫੁੱਲਿਤ ਹੋ ਗਿਆ। ਮਨ ਖਿੜਿਆ ਹਰਿਆ ਬਾਗ, ਤੇ ਮਨ ਜਿਹੜਾ ਹੈ ਨਾ ਇਸ ਤਰ੍ਹਾਂ ਖਿੜ ਗਿਆ ਜਿਵੇਂ ਹਰਿਆ ਭਰਿਆ ਬਾਗ ਹੁੰਦਾ ਹੈ, ਜਿਵੇਂ ਹਰਿਆ ਭਰਿਆ ਬਾਗ ਹੁੰਦਾ। ਇੱਕ ਹਰਿਆ ਹੁੰਦਾ ਹੈ, ਹਰਾ ਹੁੰਦਾ ਹੈ, ਤੇ ਇੱਕ ਖਿੜਿਆ ਹੋਇਆ। ਖਿੜਿਆ ਹੋਇਆ ਕਦੋਂ ਹੁੰਦਾ ਹੈ? ਜਦੋਂ ਫੁੱਲ ਖਿੜੇ ਹੋਏ ਹੋਣ। ਜਦੋਂ ਫੁੱਲ ਖਿੜੇ ਹੋਏ ਹੋਣ, ਅਸੀਂ ਕਹਿੰਦੇ ਦੇਖੋ ਕਿਆਰੀ ਫੁੱਲਾਂ ਦੀ ਕਿਵੇਂ ਖਿੜੀ ਹੋਈ ਹੈ, ਐਨ ਖਿੜੀ ਹੋਈ ਹੈ, ਸਾਰੇ ਫੁੱਲ ਖਿੜੇ ਹੋਏ।
ਕਹਿੰਦੇ ਹੁਣ ਮਨ ਜਿਹੜਾ ਹੈ ਨਾ ਬਾਗ ਦੀ ਤਰ੍ਹਾਂ ਖਿੜਿਆ ਹੋਇਆ ਤੇ ਐਨ ਹਰਿਆ ਭਰਿਆ ਐਨ ਕਚੂਰ, ਐਨ ਕਚੂਰ ਹੈ। ਤੇ ਨਾਲੇ ਇੱਕ ਗੱਲ ਹੋਰ ਹੋਈ ਹੈ, ਅਗਿਆਨ ਅੰਧੇਰਾ ਮਿਟ ਗਿਆ, ਗੁਰ ਚਾਨਣ ਗਿਆਨ ਚਿਰਾਗ। ਗੁਰੂ ਦੇ ਗਿਆਨ ਦਾ ਜਦੋਂ ਚਿਰਾਗ ਹਿਰਦੇ ਦੇ ਵਿੱਚ ਬਲਿਆ ਨਾ, ਅਗਿਆਨਤਾ ਦਾ ਹਨੇਰਾ ਬਿਲਕੁਲ ਹੀ ਮਿਟ ਗਿਆ। ਗੁਰੂ ਦੇ ਗਿਆਨ ਦਾ ਚਿਰਾਗ ਜਿਹੜਾ ਹੈ ਨਾ, ਦੀਵਾ ਜਦੋਂ ਬਲਿਆ ਤਾਂ ਹਿਰਦੇ ਦੇ ਵਿੱਚੋਂ ਅਗਿਆਨਤਾ ਦਾ ਹਨੇਰਾ ਉਸੇ ਸਮੇਂ ਹੀ ਸਿਰ ਤੇ ਪੈਰ ਰੱਖ ਕੇ ਤੁਰ ਗਿਆ। ਦੀਵਾ ਬਲੇ ਅੰਧੇਰਾ ਜਾਏ, ਕਿਉਂਕਿ ਜਦੋਂ ਦੀਵਾ ਬਲਦਾ ਹੈ ਤਾਂ ਹਨੇਰਾ ਦੌੜ ਜਾਂਦਾ ਹੈ। ਜਦੋਂ ਹਿਰਦੇ ਦੇ ਵਿੱਚ ਗੁਰਬਾਣੀ ਦਾ ਚਾਨਣ ਹੁੰਦਾ ਹੈ ਤਾਂ ਅੰਦਰੋਂ ਅਗਿਆਨਤਾ ਦਾ ਹਨੇਰਾ ਜਿਹੜਾ ਹੈ ਉਹ ਦੌੜ ਜਾਂਦਾ, ਉਹ ਦੌੜ। ਜਨ ਨਾਨਕ ਜੀਵੈ ਦੇਖ ਹਰਿ, ਨਾਨਕ ਜੀ ਫਰਮਾਨ ਕਰ ਰਹੇ ਹਨ, ਕਹਿੰਦੇ ਦਾਸ ਨਾਨਕ ਤਾਂ ਪਰਮਾਤਮਾ ਨੂੰ ਦੇਖ ਕੇ ਹੀ ਜਿਉਂਦਾ ਹੈ, ਪਰਮਾਤਮਾ ਨੂੰ ਦੇਖ ਕੇ। ਤੇ ਬੇਨਤੀ ਕਰਦਾ ਹੈ, ਹਰ ਇੱਕ ਨਿਮਖ ਘੜੀ ਮੁਖ ਲਾਗ। हे ਪ੍ਰਭੂ ਜੀ, ਮੈਨੂੰ ਇੱਕ ਨਿਮਖ ਇੱਕ ਘੜੀ ਮੈਨੂੰ ਜ਼ਰੂਰ ਦਰਸ਼ਨ ਦਿਓ, ਚਾਹੇ ਇੱਕ ਘੜੀ ਚਾਹੇ ਇੱਕ ਨਿਮਖ, ਭਾਵੇਂ ਇੱਕ ਸਕਿੰਟ ਹੋਵੇ, ਮੈਨੂੰ ਜ਼ਰੂਰ ਤੁਸੀਂ ਦਰਸ਼ਨ ਦਿਓ। ਜੇ ਜ਼ਿਆਦਾ ਕਿਰਪਾ ਹੋ ਜਾਏ ਇੱਕ ਘੜੀ ਦਰਸ਼ਨ ਦੇ ਦਿਓ, ਜੇ ਥੋੜੀ ਕਿਰਪਾ ਹੋਏ ਤਾਂ ਇੱਕ ਸਕਿੰਟ ਲਈ ਦੇ ਦਿਓ। ਇੱਕ ਸਕਿੰਟ ਜਿਹੜਾ ਹੈ ਸਭ ਤੋਂ ਛੋਟਾ ਸਮਾਂ ਹੈ, ਤੇ ਜਿਹੜੀ ਘੜੀ ਹੈ ਉਹ 22-23 ਮਿੰਟ ਦੀ ਹੈ। ਜੇ ਇੰਨੀ ਕਿਰਪਾ ਹੋ ਜਾਏ ਤਾਂ ਫਿਰ ਤਾਂ ਸੋਨੇ ਤੇ ਸੁਹਾਗੇ ਵਾਲਾ ਕੰਮ ਹੈ, ਫਿਰ ਤਾਂ ਬੱਲੇ ਬੱਲੇ ਹੋ ਜਾਏਗੀ। ਪਰ ਜੇ ਤੁਸੀਂ ਮੈਨੂੰ ਇੱਕ ਸਕਿੰਟ ਦੇ ਲਈ ਵੀ ਦਰਸ਼ਨ ਦੇ ਦਿਓ ਤਾਂ ਮੇਰਾ ਜੀਵਨ ਤਬਦੀਲ ਹੋ ਜਾਏਗਾ। ਹੁਣ ਅੱਗੇ ਆ ਗਈ ਗੱਲ ਮਹੱਲਾ ਤੀਜਾ। ਇਹ ਸ਼ਲੋਕ ਜਿਹੜਾ ਹੈ ਨਾ, ਇਹ ਮਹੱਲੇ ਤੀਜੇ ਦਾ ਉਚਾਰਨ ਕੀਤਾ ਗੁਰੂ ਰਾਮਦਾਸ ਜੀ ਮਹਾਰਾਜ ਜੀ ਦਾ। ਤੇ ਗੁਰੂ ਰਾਮਦਾਸ ਜੀ ਮਹਾਰਾਜ ਸਾਨੂੰ ਇਸੇ ਵਿਸ਼ੇ ਤੇ ਕੀ ਉਪਦੇਸ਼ ਦਿੰਦੇ ਹਨ, ਆਓ ਪਿਆਰ ਦੇ ਨਾਲ ਇਹ ਵੀ ਸੁਣ ਲਈਏ। ਬਿਲਾਵਲ ਤਬ ਹੀ ਗਾ ਕੀਜੀਏ ਜਬ ਮੁਖ ਹੋਵੇ ਨਾਮ। ਬਿਲਾਵਲ ਦੀ ਗੱਲ ਚੱਲ ਰਹੀ ਹੈ ਨਾ, ਤੇ ਗੁਰੂ ਅਮਰਦਾਸ ਜੀ ਮਹਾਰਾਜ ਸਾਨੂੰ ਸਮਝਾ ਰਹੇ ਹਨ, ਸਾਨੂੰ ਉਪਦੇਸ਼ ਦੇ ਰਹੇ ਹਨ। ਕਹਿੰਦੇ ਭਾਈ ਬਿਲਾਵਲ ਤਬ ਹੀ ਕੀਜੀਏ, ਜਬ ਮੁਖ ਹੋਵੇ ਨਾਮ। ਭਾਈ ਬਾਜਾ ਲੈ ਕੇ ਕੀਰਤਨ ਕਰਨਾ ਸ਼ੁਰੂ ਕਰ ਦਿੱਤਾ ਤੇ ਉਹਦੇ ਵਿੱਚੋਂ ਟਿਊਨ ਕੱਢੀ ਬਿਲਾਵਲ ਰਾਗ ਦੀ, ਬਸ ਟਿਊਨੇ ਕੱਢੀ ਗਏ, ਸਾਰਾ ਦਿਨ ਬੈਠੇ, ਗਾਇਆ ਕੁਝ ਵੀ ਨਹੀਂ। ਢੋਲਕੀ ਖੜਕਾਉਂਦੇ ਰਹੇ, ਬਾਜਾ ਖੜਕਾਉਂਦੇ ਰਹੇ, ਬਿਲਾਵਲ ਰਾਗ ਦਾ ਆਪਣਾ ਧੁਨੀ ਕੱਢਦੇ ਰਹੇ, ਕੀਰਤਨ ਕੀਤਾ ਹੀ ਨਹੀਂ ਹੈ। ਸੁਣਨ ਵਾਲੇ ਕਹਿਣ ਲੱਗੇ, ਕਹਿੰਦੇ ਬੋਲ ਤਾਂ ਨਹੀਂ ਰਹੇ ਨਹੀਂ ਕੁਝ ਵੀ, ਬਸ ਹਾਰਮੋਨੀਅਮ ਵੱਜ ਰਿਹਾ ਹੈ ਜਾਂ ਲੋੜੀ ਵੱਜ ਰਹੀ ਹੈ, ਇਹ ਕੀਰਤਨ ਥੋੜਾ ਹੋ ਰਿਹਾ ਹੈ। ਕੀਰਤਨ ਤਾਂ ਹੋਏਗਾ ਜੇ ਸਾਜ਼ਾਂ ਦੇ ਨਾਲ ਆਵਾਜ਼ ਵੀ ਨਿਕਲੇਗੀ, ਜੇ ਗੁਰਬਾਣੀ ਦਾ ਗਾਇਨ ਹੋਏਗਾ ਤਾਂ ਕੀਰਤਨ ਬਣੇਗਾ ਨਾ। ਇਕੱਲੇ ਰਾਗ ਨੂੰ ਕੀ ਕਰੀਏ ਅਸੀਂ,
ਇਕੱਲੇ ਹਾਰਮੋਨੀਅਮ ਦੀ ਆਵਾਜ਼ ਨੂੰ ਕੀ ਕਰੀਏ ਅਸੀਂ ਜੋੜੀ ਦੀ ਆਵਾਜ਼ ਨੂੰ ਕੀ ਕਰੀਏ ਜੇ ਉਹਦੇ ਵਿੱਚ ਗੁਰਬਾਣੀ ਦਾ ਕੀਰਤਨ ਹੀ ਨਹੀਂ ਹੋ ਰਿਹਾ। ਜੇ ਮੂੰਹ ਦੇ ਵਿੱਚ ਗੁਰਬਾਣੀ ਨਹੀਂ ਹੈ, ਜੇ ਮੂੰਹ ਦੇ ਵਿੱਚ ਪ੍ਰਮਾਤਮਾ ਦਾ ਨਾਮ ਨਹੀਂ ਹੈ, ਫਿਰ ਕੀਰਤਨ ਸੁਆਹ ਹੈ ਉਹ। ਫਿਰ ਕੀ ਕੀਰਤਨ ਹੈ ਉਹ? ਫਿਰ ਤਾਂ ਹਾਰਮੋਨੀਅਮ ਵੱਜ ਰਿਹਾ ਹੈ ਜਾਂ ਜੋੜੀ ਵੱਜ ਰਹੀ ਹੈ, ਹੋਰ ਤਾਂ ਕੁਝ ਨਹੀਂ ਹੈ। ਕੋਈ ਜੇ ਬਿਲਾਵਰ ਰਾਗ ਹਾਰਮੋਨੀਅਮ ਦੀਆਂ ਸੁਰਾਂ ਤੇ ਕੱਢਣਾ ਹੈ ਨਾ, ਜੇ ਨਾਲ ਮਿਲਾ ਕੇ ਜੋੜੀ ਵਜਾਉਣੀ ਹੈ ਤਾਂ ਨਾਲ ਫਿਰ ਮੂੰਹ ਦੇ ਵਿੱਚ ਪ੍ਰਮਾਤਮਾ ਦਾ ਨਾਮ ਵੀ ਹੋਣਾ ਜ਼ਰੂਰੀ ਹੈ, ਸ਼ਬਦ ਵੀ ਹੋਣਾ ਜ਼ਰੂਰੀ ਹੈ। ਕੀਰਤਨ ਤਾਂ ਹੀ ਬਣੇਗਾ। ਤੇ ਅੱਗੇ ਸਤਿਗੁਰੂ ਗੁਰੂ ਅਮਰਦਾਸ ਜੀ ਮਹਾਰਾਜ ਸਾਨੂੰ ਹੋਰ ਸਮਝਾਉਂਦੇ ਹਨ, ਕਹਿੰਦੇ ਹਨ ਭਾਈ ਰਾਗ ਨਾਦ ਸ਼ਬਦ ਸੋਹਣੇ ਜਾਂ ਲੱਗਿਆ ਸਹਿਜ ਧਿਆਨ। ਭਾਈ ਇਹ ਜਿਹੜਾ ਰਾਗ ਹੁੰਦਾ ਹੈ, ਨਾਦ ਹੁੰਦਾ ਹੈ, ਸ਼ਬਦ ਹੁੰਦਾ ਹੈ, ਇਹ ਤਾਂ ਹੀ ਸੋਹਣਾ ਲੱਗਦਾ ਹੈ ਜੇ ਇਸ ਕੀਰਤਨ ਦੇ ਜ਼ਰੀਏ ਸਹਿਜ ਅਵਸਥਾ ਦੇ ਵਿੱਚ ਬੰਦੇ ਦਾ ਧਿਆਨ ਲੱਗੇ। ਜੇ ਸਹਿਜ ਵਿੱਚ ਧਿਆਨ ਹੀ ਨਾ ਜਾਏ ਫਿਰ ਤਾਂ ਕੋਈ ਫਰਕ ਨਹੀਂ। ਜੇ ਕੀਰਤਨ ਦਾ ਅਸਰ ਹੀ ਨਹੀਂ ਹੋ ਰਿਹਾ, ਜੇ ਗੁਰਬਾਣੀ ਦਾ ਅਸਰ ਹੀ ਨਹੀਂ ਹੋ ਰਿਹਾ, ਜੇ ਗੁਰਬਾਣੀ ਦਾ ਪ੍ਰਭਾਵ ਨਹੀਂ ਹੋ ਰਿਹਾ, ਫਿਰ ਕੀ ਹੋਏਗਾ? ਰਾਗ ਨਾਦ ਸ਼ਬਦ ਸੋਹਣੇ। ਰਾਗ ਵੀ ਤਾਂ ਸੋਹਣਾ ਹੈ, ਨਾਦ ਵੀ ਤਾਂ ਸੋਹਣਾ ਹੈ, ਸ਼ਬਦ ਵੀ ਤਾਂ ਸੋਹਣਾ ਹੈ ਜੇ ਸਹਿਜ ਦੇ ਵਿੱਚ ਧਿਆਨ ਲੱਗੇ। ਇਸ ਤੋਂ ਇਹ ਗੱਲ ਸਿੱਧ ਹੋਈ ਕਿ ਧਿਆਨ ਜ਼ਰੂਰੀ ਹੈ, ਧਿਆਨ ਜ਼ਰੂਰੀ ਹੈ। ਜਿਵੇਂ ਅਸੀਂ ਬਾਜੇ ਨੂੰ ਜੋੜੀ ਨਾਲ ਸੁਰ ਕਰਦੇ ਹਾਂ, ਜੋੜੀ ਨੂੰ ਬਾਜੇ ਨਾਲ ਸੁਰ ਕਰਦੇ ਹਾਂ ਤੇ ਬਾਜੇ ਦੇ ਨਾਲ ਆਪਣੀ ਆਵਾਜ਼ ਸੁਰ ਕਰਦੇ ਹਾਂ, ਇਸੇ ਪ੍ਰਕਾਰ ਧਿਆਨ ਵੀ ਸੁਰ ਕਰਨ ਦੀ ਲੋੜ ਹੈ, ਤਾਂ ਕਿਤੇ ਜਾ ਕੇ ਸਫਲ ਕੀਰਤਨ ਹੁੰਦਾ ਹੈ। ਤੇ ਅੱਗੇ ਗੁਰੂ ਜੀ ਨੇ ਫਰਮਾਇਆ, ਕਹਿੰਦੇ ਰਾਗ ਨਾਦ ਛੋੜ, ਰਾਗ ਨਾਦ ਛੋੜ, ਛੱਡ ਪਰੇ। ਹਰ ਸੇਵੀ ਹੈ, ਪ੍ਰਭੂ ਜੀ ਦਾ ਸਿਮਰਨ ਕਰਨਾ ਚਾਹੀਦਾ ਹੈ, ਕਿਉਂਕਿ ਪ੍ਰਭੂ ਜੀ ਦਾ ਸਿਮਰਨ ਜਿਹੜਾ ਹੈ ਨਾ, ਪ੍ਰਭ ਦਾ ਸਿਮਰਨ ਸਭ ਤੋਂ ਉੱਚਾ। ਭਾਵੇਂ ਉਹ ਤੂੰ ਉਸ ਨੂੰ ਬਿਨਾਂ ਸਾਜ਼ਾਂ ਤੋਂ ਕਰ ਲੈ, ਭਾਵੇਂ ਸਾਜ਼ਾਂ ਨਾਲ ਕਰ ਲੈ, ਭਾਵੇਂ ਹਾਰਮੋਨੀਅਮ ਨਾਲ ਕਰ ਲੈ, ਭਾਵੇਂ ਢੋਲਕੀ ਨਾਲ ਕਰ ਲੈ, ਭਾਵੇਂ ਬਿਨਾਂ ਸਾਜ਼ਾਂ ਤੋਂ ਕਰ ਲੈ, ਪਰਮਾਤਮਾ ਦਾ ਨਾਮ, ਪਰਮਾਤਮਾ ਦਾ ਸਿਮਰਨ ਕਰਨਾ, ਪਰਮਾਤਮਾ ਦਾ ਸਿਮਰਨ ਕਰਨਾ ਹੈ। ਤੂੰ ਜਿਵੇਂ ਮਰਜ਼ੀ ਕਰ ਲੈ, ਫਿਰ ਕੀ ਹੋਏਗਾ? ਤਾਂ ਦਰਗਹਿ ਪਾਈਐ ਮਾਨ, ਤਾਂ ਪ੍ਰਮਾਤਮਾ ਦੀ ਦਰਗਹਿ ਦੇ ਵਿੱਚ ਤੈਨੂੰ ਮਾਣ ਮਿਲੇਗਾ, ਇੱਜ਼ਤ ਮਿਲੇਗੀ, ਸਤਿਕਾਰ ਮਿਲੇਗਾ, ਸਥਾਨ ਮਿਲੇਗਾ, ਢੋਈ ਮਿਲੇਗੀ, ਜੇ ਤੂੰ ਉਸ ਪ੍ਰਮਾਤਮਾ ਦੇ ਨਾਮ ਦਾ ਸਿਮਰਨ ਕਰੇ। ਇਹ ਤਾਂ ਗੱਲ ਸਾਨੂੰ ਅੱਜ ਪਤਾ ਲੱਗੀ ਹੈ। ਚਲੋ ਦੇਰ ਆਏ ਦਰੁਸਤ ਆਏ। ਨਾਨਕ ਗੁਰਮੁਖ ਬ੍ਰਹਮ ਵਿਚਾਰੀ ਹੈ। ਨਾਨਕ ਜੀ ਫਰਮਾਨ ਕਰਨੇ, ਗੁਰੂ ਦੇ ਰਾਹੀਂ ਗੁਰਮੁਖ ਬਣ ਕੇ ਬ੍ਰਹਮ ਦੀ ਵਿਚਾਰ ਕਰਨੀ ਚਾਹੀਦੀ ਹੈ। ਬ੍ਰਹਮ ਦੀ ਵਿਚਾਰ, ਇਸ ਦੇ ਉੱਪਰ ਨਹੀਂ ਵਿਚਾਰ, ਇਸ ਵਿਚਾਰ ਤੋਂ ਉੱਪਰ ਹੋਰ ਕੋਈ ਵਿਚਾਰ ਨਹੀਂ ਹੈ। ਇਹ ਸਾਰਿਆਂ ਤੋਂ ਸਿਰਮੌਰ ਵਿਚਾਰ ਹੈ, ਸਾਰਿਆਂ ਤੋਂ ਉੱਪਰ ਦੀ ਵਿਚਾਰਧਾਰਾ ਹੈ।
ਜਿਹੜਾ ਮਨੁੱਖ ਬ੍ਰਹਮ ਦੀ ਵਿਚਾਰ ਕਰਦਾ ਹੈ, ਰੱਬ ਦੀ ਵਿਚਾਰ ਕਰਦਾ ਹੈ, ਪਰਮਾਤਮਾ ਦੀ ਵਿਚਾਰ ਕਰਦਾ ਹੈ, ਉਹ ਸਾਰਿਆਂ ਤੋਂ ਉੱਪਰ ਦੀ ਵਿਚਾਰ ਹੈ। ਤਾਂ ਗੁਰੂ ਜੀ ਸਾਨੂੰ ਉਪਦੇਸ਼ ਦਿੰਦੇ ਹਨ, ਕਹਿੰਦੇ ਨਾਨਕ ਗੁਰਮੁਖ ਬ੍ਰਹਮ ਵਿਚਾਰੀ ਹੈ। ਭਾਈ ਗੁਰਮੁਖ ਬਣ ਕੇ ਨਾ ਗੁਰੂ ਦੇ ਰਾਹੀਂ, ਗੁਰੂ ਦੀ ਕਿਰਪਾ ਦੇ ਨਾਲ ਬ੍ਰਹਮ ਦੀ ਵਿਚਾਰ ਕਰਨੀ ਹੈ। ਬਾਬਾ ਕਬੀਰ ਜੀ ਨੇ ਤਾਂ ਹੀ ਲਿਖਿਆ ਹੈ ਇੱਕ ਥਾਂ ਤੇ, ਕਹਿੰਦੇ ਜਦੋਂ ਮੈਂ ਕੀਰਤਨ ਕਰ ਰਿਹਾ ਸੀ, ਗਾ ਰਿਹਾ ਸੀ, ਤਾਂ ਲੋਕ ਇਉਂ ਸਮਝਦੇ ਸੀ ਕਿ ਜਿਵੇਂ ਕੋਈ ਗਾਣਾ ਗਾ ਰਿਹਾ ਹੈ, ਤਾਂ ਵੈਸੇ ਹੀ ਵੀ ਇਹ ਤਾਂ ਐਵੇਂ ਗਾਈ ਜਾਂਦਾ ਹੈ, ਪਤਾ ਨਹੀਂ ਕੀ ਗਾਈ ਜਾਂਦਾ, ਪਤਾ ਨਹੀਂ ਕੀ ਗਾ ਰਿਹਾ ਹੈ। ਬਾਬਾ ਜੀ ਨੇ ਸਮਝਾਇਆ, ਕਹਿੰਦੇ ਲੋਕ ਜਾਣੇ ਇਹ ਗੀਤ ਹੈ, ਇਹ ਤੋਂ ਬ੍ਰਹਮ ਵਿਚਾਰ ਜਿਉ ਕਾਸੀ ਉਪਦੇਸ਼ ਹੋਏ ਮਾਨ ਸਮਰਤੀ ਬਾਰ। ਇਹ ਤਾਂ ਬ੍ਰਹਮ ਵਿਚਾਰ ਹੈ, ਬ੍ਰਹਮ ਵਿਚਾਰ। ਇੱਥੇ ਨਾ ਕਿਸੇ ਰਾਜੇ ਦੀ ਕਹਾਣੀ ਹੈ, ਨਾ ਕਿਸੇ ਰਾਣੀ ਦੀ ਕਹਾਣੀ ਹੈ, ਨਾ ਕਿਸੇ ਦੇਵਤੇ ਦੀ ਕਹਾਣੀ ਹੈ, ਨਾ ਕਿਸੇ ਦੇਵੀ ਦੀ ਕਹਾਣੀ ਹੈ, ਨਾ ਕਿਸੇ ਪੀਰ ਦੀ ਕਹਾਣੀ ਹੈ, ਨਾ ਕਿਸੇ ਪੈਗੰਬਰ ਦੀ ਕਹਾਣੀ ਹੈ। ਇੱਥੇ ਨਾ ਚੋਰ ਦੀ ਕਹਾਣੀ ਹੈ, ਨਾ ਸਾਧ ਦੀ ਕਹਾਣੀ ਹੈ। ਇੱਥੇ ਤਾਂ ਬ੍ਰਹਮ ਦੀ ਵਿਚਾਰ ਹੈ। ਇਹ ਬ੍ਰਹਮ ਦੀ ਵਿਚਾਰ ਹੋ ਰਹੀ। ਬ੍ਰਹਮ ਦੇ ਵਿਚਾਰ ਅਸੀਂ ਇਸ ਕਰਕੇ ਕਰ ਰਹੇ ਹਾਂ ਕਿ ਸਾਡਾ ਜਿਹੜਾ ਟਾਰਗੇਟ ਹੈ ਨਾ, ਉਹ ਹੈ ਅਸੀਂ ਬ੍ਰਹਮ ਗਿਆਨੀ ਬਣਨਾ। ਬ੍ਰਹਮ ਗਿਆਨੀ ਬਣਨਾ ਹੈ। ਬ੍ਰਹਮ ਗਿਆਨੀ ਕੀ ਕਰਾਂਗੇ ਬਣ ਕੇ? ਛੱਡੋ ਪਰੇ। ਇੱਧਰ ਕਿਹੜਾ ਕੋਈ ਕਮਾਈ ਹੈ ਨਹੀਂ ਜ਼ਿਆਦਾ। ਇੱਥੇ ਨੋਟ ਨਹੀਂ ਮਿਲਦੇ। ਇੱਥੇ ਇਹ ਧੰਦਾ ਨਹੀਂ ਹੈ। ਇੱਥੇ ਪੈਸੇ ਨਹੀਂ ਹਨ ਬਈ ਨੋਟ ਵਰਸਣਗੇ। ਇਹ ਤਾਂ ਬ੍ਰਹਮ ਵਿਚਾਰ ਹੈ। ਰੱਬ ਦੀਆਂ ਗੱਲਾਂ ਹਨ, ਬ੍ਰਹਮ ਦਾ ਗਿਆਨ ਹੈ। ਪਰ ਅਸੀਂ ਤਾਂ ਦੋਹਾਂ ਦੂਰ ਹਾਂ। ਸਾਨੂੰ ਤਾਂ ਇਸ ਗੱਲ ਦੀ ਸੋਝੀ ਹੀ ਨਹੀਂ ਸੀ। ਅਸੀਂ ਤਾਂ ਗੁਰਬਾਣੀ ਨੂੰ ਕੁਝ ਹੋਰ ਸਮਝੀ ਬੈਠੇ ਸੀ। ਪਰ ਹੁਣ ਪਤਾ ਲੱਗਿਆ, ਨਾਨਕ ਗੁਰਮੁਖ ਬ੍ਰਹਮ ਵਿਚਾਰੀ ਹੈ, ਚੁੱਕੈ ਮਨ ਅਭਿਮਾਨ। ਪਈ ਜੇ ਬ੍ਰਹਮ ਦੀ ਵਿਚਾਰ ਕੀਤੀ ਜਾਵੇ ਨਾ, ਮਨ ਦੇ ਵਿੱਚੋਂ ਆਪਣੇ ਆਪ ਹੀ ਅਭਿਮਾਨ ਖਤਮ ਹੋ ਜਾਂਦਾ। ਹਉਮੈ ਖਤਮ। ਫਿਰ ਕੀ ਹੁੰਦਾ ਹੈ? ਤੂੰ ਕਰਤਾ ਤੂੰ ਹੁਆ, ਮੁਝ ਮੇ ਰਹਾ ਨਾ ਹੂੰ। ਉਹ ਜਿਹੜੀ ਹੂੰ ਹੈ ਨਾ, ਹੈਂਕੜ, ਉਹ ਜਿਹੜੀ ਹਉਮੈ ਹੈ, ਉਹ ਖਤਮ। ਹੁਣ ਅੱਗੇ ਆ ਗਈ ਹੈ ਪੌੜੀ। ਪੌੜੀ ਕੀ ਹੁੰਦੀ ਹੈ? ਇੱਕ ਤਾਂ ਪੌੜੀਆਂ ਬਾਹਰ ਹਨ, ਇਹਨਾਂ ਪੌੜੀਆਂ ਦੀ ਗੱਲ ਨਹੀਂ ਹੈ ਹੋ ਰਹੀ। ਪੌੜੀ ਤਾਂ ਇੱਕ ਸਾਹਿਤਕ ਕਾਵਿਆ ਦਾ ਛੰਦ ਹੈ। ਜੇ ਗੁਰਬਾਣੀ ਨੂੰ ਪੜ੍ਹਨਾ ਹੋਵੇ ਨਾ, ਸਮਝਣਾ ਹੋਵੇ, ਤਾਂ ਪੰਜਾਬੀ ਸਾਹਿਤ ਪੜ੍ਹਨਾ ਬੜਾ ਜ਼ਰੂਰੀ ਹੈ। ਜੇ ਗੁਰਬਾਣੀ ਨੂੰ ਪੜ੍ਹਨਾ ਅਤੇ ਸਮਝਣਾ ਹੋਵੇ ਤਾਂ ਹਿੰਦੀ ਸਾਹਿਤ ਤੇ ਹਿੰਦੀ ਗ੍ਰਾਮਰ ਪੜ੍ਹਨੀ ਵੀ ਬੜੀ ਜ਼ਰੂਰੀ ਹੈ। ਜੇ ਗੁਰਬਾਣੀ ਨੂੰ ਸਮਝਣਾ ਹੋਵੇ, ਪੰਜਾਬੀ ਮੁਹਾਵਰੇ ਵੀ ਜ਼ਰੂਰੀ ਹਨ, ਲੋਕੋਕਤੀਆਂ ਵੀ ਜ਼ਰੂਰੀ ਹਨ, ਅਖਾਣ ਵੀ ਜ਼ਰੂਰੀ ਹਨ।
इतिहास भी जरूरी है, सब कुछ जरूरी है, भाई पढ़ना। हुण आ गई पौड़ी। पौड़ी दे विच श्री गुरु रामदास जी महाराज उपदेश दे रहे हैं। की कह रहे हैं? कह नहीं रहे, सगों रब नाल गल्लां कर रहे हैं सीधी। रब नाल गल्लां ऐन रूबरू हो के, आमो सामने हो के गल्लां हो गई। किवें? तू हर प्रभ आप अगम है। तू एक मैं होवां, एक तू होवें, एक वखरी जही कोई थां होवे। बस एक मैं होवां, एक तू। आपां दोवें गल्लां करिए बैठ के, ते ਉਹ ਗੱਲਾਂ ਹੋ ਰਹੀਆਂ ਹਨ ਰੱਬ ਦੇ ਨਾਲ। ਕਹਿੰਦੇ ਤੂੰ ਹਰ ਪ੍ਰਭ ਆਪ ਅਗੰਮ ਹੈ। हे ਪ੍ਰਭੂ ਜੀ, ਤੂੰ ਤਾਂ ਨਾ ਆਪ ਹੀ ਪ੍ਰਮਾਤਮਾ ਹੈ ਤੇ ਆਪ ਹੀ ਸਾਡੀ ਪਹੁੰਚ ਤੋਂ ਪਰੇ ਹੈ, ਅਗੰਮ ਹੈ। ਸਾਡੇ ਨਾ ਉੱਥੇ ਹੱਥ ਜਾ ਸਕਦੇ ਹਨ, ਨਾ ਪੈਰ ਜਾ ਸਕਦੇ ਹਨ, ਨਾ ਅੱਖਾਂ ਦੇਖ ਸਕਦੀਆਂ ਹਨ, ਨਾ ਕੰਨ ਸੁਣ ਸਕਦੇ ਹਨ, ਨਾ ਮੂੰਹ ਬੋਲਿਆ ਜਾ ਸਕਦਾ ਹੈ, ਤੇ ਨਾ ਚਮੜੀ ਟੱਚ ਕਰ ਸਕਦੀ ਹੈ। ਤੂੰ ਸਾਡੀ ਪਹੁੰਚ ਤੋਂ ਪਰੇ ਹੈ। ਇਹ ਸਾਰਾ ਸੰਸਾਰ ਤੂੰ ਹੀ ਤਾਂ ਪੈਦਾ ਕੀਤਾ ਹੋਇਆ ਹੈ। ਇਹ ਰੱਬ ਨਾਲ ਗੱਲ ਹੋ ਰਹੀ ਹੈ। ਤੂੰ ਆਪੇ ਆਪ ਵਰਤਦਾ ਸਭ ਜਗਤ ਸਬਾਇਆ। हे प्रभु जी, तू सारिਆਂ ਵਿੱਚ ਆਪ ਹੀ ਆਪ ਵਰਤ ਰਿਹਾ ਹੈ। ਸਾਰਿਆਂ ਵਿੱਚ ਤੂੰ ਹੀ ਵਰਤ ਰਿਹਾ ਹੈ। ਬੰਦਿਆਂ ਵਿੱਚ ਵੀ ਤੂੰ ਹੀ ਹੈ, ਪਸ਼ੂਆਂ ਵਿੱਚ ਵੀ ਤੂੰ ਹੀ ਹੈ, ਪੰਛੀਆਂ ਵਿੱਚ ਵੀ ਤੂੰ ਹੀ ਹੈ, ਦਰਖਤਾਂ ਵਿੱਚ ਵੀ ਤੂੰ ਹੀ ਹੈ, ਪੌਦਿਆਂ ਵਿੱਚ ਵੀ ਤੂੰ ਹੀ ਹੈ, ਦਰਿਆਵਾਂ ਵਿੱਚ ਵੀ ਤੂੰ ਹੀ ਹੈ। ਸਭੇ ਘਟ ਰਾਮ ਬੋਲੇ, ਰਾਮ ਬਿਨਾ ਕੋ ਬੋਲੇ। ਘਟ ਘਟ में हर युग से संतन की हो पुकार। सारे दे विच तू ही वरत रहा है। ये सारा जगत तेरा ही है। सब जगत सबाया तुद आपे ताड़ी लाई है। तू आप ही ताड़ी लाई हुई है। ताड़ी की हुंदी है? समाधि ला के बैठा है आपकी, समाधि ला के बैठा है परमात्मा। तू आपे ताड़ी लाई है, आपे गुण गाया। तू जीवां दे विच प्रवेश करके अपने गुण आप ही गा रहा है। साडे विच कौन बोल रहा है? वो परमात्मा ही बोल रहा है। वो ਜਿਹੜਾ ਬੋਲਦਾ ਰਾਮ ਹੈ ਵਿੱਚ, ਉਹ ਬੋਲ ਰਿਹਾ ਹੈ। ਅਸੀਂ ਥੋੜਾ ਬੋਲ ਰਹੇ ਹਾਂ। ਕੋਈ ਹੋਰ ਨਾ ਚੁਬਾਰੇ ਵਿੱਚ ਬੋਲੇ, ਐਵੇਂ ਤੈਨੂੰ ਭਰਮ ਪਊ। ਤੈਨੂੰ ਐਵੇਂ ਭਰਮ ਪਿਆ ਹੋਇਆ ਹੈ ਕਿ ਮੈਂ ਬੋਲ ਰਿਹਾ ਹਾਂ। ਹਾਂ, ਆਪੂ ਬੋਲਣਾ ਜਾਣਦਾ, ਮੈਂ ਤਾਂ ਬੋਲਣਾ ਜਾਣਦਾ ਵੀ ਨਹੀਂ ਹੈ। बुलाया बोली तेरा, ये तो जो तू बुला रहा है मैं बोल रहा है। मैं तो एक स्पीकर का काम कर रहा हाँ, मैं कोई बोल बाल नहीं रहा। जो तू बुला रहा है वो मैं बोल रहा हाँ। सारिਆਂ ਦੇ ਵਿੱਚ तू ही बोल रहा है। अपने गुण आप ही गवा रहा। इसलिए ऐ भगत जनों, हर ध्यावो भगतो दिन सरात, अंत लय छड़ाया। ऐ भगतो, तुसी दिन रात परमात्मा नूं ध्यावो, परमात्मा दा सिमरन करो, जिस परमात्मा ने अंत नूं सानू छड़ाना है। क्यों? असीं किते फसे होए हां, जिहड़ा सानू छड़ाएगा।
ਸਾਨੂੰ ਇਹ ਵੀ ਨਹੀਂ ਪਤਾ ਵੀ ਅਸੀਂ ਫਸੇ ਹੋਏ ਹਾਂ। ਮਾਇਆ ਦੇ ਚੱਕਰ ਵਿੱਚ ਅਸੀਂ ਫਸੇ ਹੋਏ ਹਾਂ। ਵਿਸੇ ਵਿਕਾਰਾਂ ਵਿੱਚ ਅਸੀਂ ਫਸੇ ਹੋਏ ਹਾਂ। ਜਨਮ ਮਰਨ ਦੇ ਚੱਕਰ ਵਿੱਚ ਅਸੀਂ ਫਸੇ ਹੋਏ ਹਾਂ। ਤੂੰ ਕਹਿੰਦਾ ਹੈ ਮੈਂ ਫਸਿਆ ਹੋਇਆ ਨਹੀਂ। ਇਸ ਸਾਰੇ ਹੀ ਚੱਕਰ ਦੇ ਵਿੱਚੋਂ ਛਡਾਉਣ ਦੇ ਲਈ ਅਕਾਲ ਪੁਰਖ ਵਾਹਿਗੁਰੂ ਜੀ ਹੀ ਸਹਾਈ ਹੁੰਦੇ ਹਨ ਅੰਤ ਸਮੇਂ। ਹੋਰ ਕੋਈ ਸਹਾਈ ਨਹੀਂ ਹੁੰਦਾ ਉੱਥੇ। ਕਿਸੇ ਰਿਸ਼ਤੇਦਾਰ ਨੇ ਆ ਕੇ ਤੈਨੂੰ ਜਮਾਂ ਤੋਂ ਨਹੀਂ ਛਡਾਉਣਾ। ਕਿਸੇ ਘਰ ਦੇ ਨੇ ਤੈਨੂੰ ਜਨਮ ਮਰਨ ਤੋਂ ਛੁਟਕਾਰਾ ਨਹੀਂ ਦਿਵਾਉਣਾ। परमात्मा ही बचाएगा। जिन सेविया तिन सुख पाया। भाई जिन्होंने परमात्मा ਨੂੰ ਸੇਵਿਆ ਹੈ, ਸਿਮਰਿਆ ਹੈ, ਉਹਨਾਂ ਨੇ ਸੁਖ ਪਾ ਲਿਆ। ਸੁਖ ਹੀ ਨਹੀਂ ਪਾਇਆ। ਸੁਖ ਤਾਂ ਚਲੋ ਪਾਇਆ ਹੀ, ਪਰ ਉਹਨਾਂ ਪ੍ਰਾਣੀਆਂ ਦੀ परमात्मा ਦੇ ਨਾਮ ਦੇ ਵਿੱਚ ਸਮਾਈ ਹੋ ਗਈ। ਨਾਮ ਦੇ ਵਿੱਚ ਹੀ ਸਮਾ ਗਏ। ਬ੍ਰਹਮ ਦੇ ਵਿੱਚ ਲੀਨ ਹੋ ਗਏ। कैसे? ਜਿਉਂ ਪਾਣੀ ਸੰਗ ਪਾਣੀ। ਜਿਵੇਂ ਪਾਣੀ ਪਾਣੀ ਵਿੱਚ ਲੀਨ ਹੋ ਜਾਂਦਾ ਹੈ, ਸਮਾ ਜਾਂਦਾ ਹੈ, ਇਸੇ ਪ੍ਰਕਾਰ ਹੀ ਜਿਨ੍ਹਾਂ ਨੇ ਨਾਮ ਧਿਆਇਆ ਹੈ, ਜਿਨ੍ਹਾਂ ਨੇ ਪ੍ਰਭੂ ਜੀ ਦੇ ਸਿਮਰਨ ਕੀਤਾ ਹੈ, ਉਹਨਾਂ ਨੇ ਆਤਮਿਕ ਸੁਖ ਤੇ ਪਰਮ ਸੁਖ ਦੀ ਪ੍ਰਾਪਤੀ ਕਰ ਲਈ ਤੇ ਨਾਲੇ ਨਾਮ ਦੇ ਵਿੱਚ, ਬ੍ਰਹਮ ਦੇ ਵਿੱਚ ਉਹ ਲੀਨ ਹੋ ਗਏ, ਸਮਾ ਗਏ, ਜੋਤੀ ਜੋਤ ਸਮਾ ਗਏ। ਆਓ ਭਾਈ ਆਪਾਂ ਵੀ ਟਰਾਈ ਕਰਕੇ ਵੇਖੀਏ। ਜੇ ਅਸੀਂ ਟਰਾਈ ਕਰਾਂਗੇ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਡੀ ਜ਼ਰੂਰ ਬਾਂਹ ਪਕੜਨਗੇ ਤੇ ਸਾਨੂੰ ਇੱਕ ਦਿਨ ਸਫਲਤਾ ਜ਼ਰੂਰ ਹੋਏਗੀ। ਇਹ ਪੂਰੀ ਗਰੰਟੀ ਹੈ ਸਤਿਗੁਰੂ ਜੀ ਵੱਲੋਂ। ਆਓ ਇੱਕ ਵਾਰੀ ਕਰਕੇ ਦੇਖੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।